ਨੈਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਅੱਜ ਜਿਹੜੀ ਸਾਡੀ ਗੱਲਬਾਤ ਦਾ ਵਿਸ਼ਾ ਹੈ ਸਾਡਾ ਕਿ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ। ਇਸ ਵਿਸ਼ੇ 'ਤੇ ਆਪਾਂ ਸਾਰੀ ਜਾਣਕਾਰੀ ਹਾਸਲ ਕਰਨੀ ਆ। ਜਾਣਕਾਰੀ ਦੇਣ ਲਈ ਅੱਜ ਮੇਰੇ ਨਾਲ ਬੈਠੇ ਨੇ ਸਰਦਾਰ ਹਰਗੁਰਨੇਕ ਸਿੰਘ ਰੰਧਾਵਾ ਜੀ, ਜਿਹੜੇ ਵਣ ਰੇਂਜ ਅਫਸਰ ਨੇ, ਜ਼ਿਲ੍ਹਾ ਜਲੰਧਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ। ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਹਾਸਲ ਕਰਨੀ ਆ ਕਿ ਜੰਗਲਾਤ ਮਹਿਕਮੇ ਦੇ ਵੱਲੋਂ ਕਿਹੜੀਆਂ ਸਹੂਲਤਾਂ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ। ਸੋ ਤੁਹਾਡਾ ਸਵਾਗਤ ਹੈ ਜੀ ਗੁਰਨੇਕ ਸਿੰਘ ਜੀ ਸਾਡੇ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਓਵਰਆਲ ਸਾਡੇ ਪੰਜਾਬ ਦੇ ਵਿੱਚ ਜੰਗਲਾਂ ਦੀ, ਤਾਂ ਇਸ ਵੇਲੇ ਕੀ ਸਥਿਤੀ ਹੈ ਸਾਡੇ ਪੰਜਾਬ ਦੇ ਵਿੱਚ ਜੰਗਲਾਂ ਦੀ? ਜਿੱਥੋਂ ਤੱਕ ਪੰਜਾਬ ਦੇ ਵਿੱਚ ਜੰਗਲਾਂ ਦੀ ਪੋਜੀਸ਼ਨ ਹੈ ਇਸ ਵੇਲੇ, ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਦੀ ਜਿਹੜੀ ਮੈਕਸੀਮਮ ਜ਼ਮੀਨ ਆ ਉਹ ਕਲਟੀਵੇਟਡ ਆ, ਅਤੇ ਕਲਟੀਵੇਸ਼ਨ ਦੇ ਅੰਡਰ ਹੋਣ ਕਰਕੇ ਬਾਕੀ ਸਟੇਟਸ ਦੇ ਨਾਲੋਂ, ਜਿਵੇਂ ਹਿਮਾਚਲ ਨਾਲ ਲੱਗਦੇ ਜਾਂ ਜੰਮੂ ਐਂਡ ਕਸ਼ਮੀਰ ਨਾਲੋਂ, ਉਹ ਇੱਥੇ ਫੋਰੈਸਟ ਘੱਟ ਸੀਗੇ। ਫੋਰੈਸਟ ਘੱਟ ਹੋਣ ਕਰਕੇ ਜਿਹੜੀ ਖੇਤੀ ਪ੍ਰਧਾਨ ਸੂਬੇ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਨਾਲ ਹੀ ਸੂਬੇ ਦੇ ਵਿੱਚ ਫੋਰੈਸਟ ਦੀ ਡਿਵੈਲਪਮੈਂਟ ਹੋ ਸਕਦੀ ਹੈ। ਜਿੱਥੋਂ ਤੱਕ ਕਿਸਾਨਾਂ ਦੀ ਗੱਲ ਹੈ ਕਿ ਮਾਨਯੋਗ ਪੰਜਾਬ ਸਰਕਾਰ ਵੱਲੋਂ ਇਹ ਸਮੇਂ-ਸਮੇਂ 'ਤੇ ਇਹਦੇ ਵਿੱਚ ਕਾਫੀ ਵਿਚਾਰ ਕੀਤਾ ਗਿਆ ਕਿ ਕਿੱਦਾਂ ਕਿਸਾਨਾਂ ਨੂੰ ਇਹ ਖੇਤੀ ਦੇ ਨਾਲ ਫੋਰੈਸਟਰੀ ਵਾਸਤੇ ਪ੍ਰਮੋਟ ਕੀਤਾ ਜਾਵੇ, ਅਤੇ ਫੋਰੈਸਟਰੀ ਦਾ ਪਰਪਸ ਵੀ ਸੋਲਵ ਹੋਵੇ ਅਤੇ ਕਿਸਾਨਾਂ ਦੀ ਇਨਕਮ ਵੀ ਵਧੇ। ਔਰ ਉਹ ਝੋਨੇ ਅਤੇ ਜਿਹੜੀ ਕਣਕ ਦੇ ਪ੍ਰੋਪਰ ਸਾਈਕਲ ਹੈਗਾ ਉਹਦੇ ਵਿੱਚੋਂ ਬਾਹਰ ਨਿਕਲ ਕੇ ਅਤੇ ਪੰਜਾਬ ਵਿੱਚ ਵਣ ਜੰਗਲ ਉਹਨਾਂ ਨੂੰ ਉਗਾਉਣ ਅਤੇ ਉਹਦੇ ਤੋਂ ਲਾਭ ਪ੍ਰਾਪਤ ਕਰਨ। ਪੰਜਾਬ ਸਰਕਾਰ ਕਾਫੀ ਸਹੂਲਤਾਂ ਤਤਪਰ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਜ਼ਮੀਨ ਆ ਉਹਦੇ ਵਿੱਚ ਜੰਗਲ ਵਧੇਰੇ ਹੋਵੇ। ਬਹੁਤ ਸਾਰੀਆਂ ਸਕੀਮਾਂ ਤੁਹਾਡੇ ਵਿਭਾਗ ਦੇ ਵੱਲੋਂ ਚਲਾਈਆਂ ਜਾ ਰਹੀਆਂ ਨੇ। ਆਪਾਂ ਹੁਣ ਸਕੀਮਾਂ ਸੰਬੰਧੀ ਹੀ ਡਿਸਕਸ ਕਰਦੇ ਹਾਂ ਕਿ ਕਿਹੜੀਆਂ ਸਕੀਮਾਂ ਨੇ ਜਿਹੜੀਆਂ ਤੁਹਾਡੀਆਂ। ਫਿਰ ਆਪਾਂ ਕੱਲੀ ਸਕੀਮ ਡਿਸਕਸ ਕਰ ਲਾਂਗੇ। ਅਤੇ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਮੇਨਲੀ ਕਿਹੜੀਆਂ ਤੁਹਾਡੀਆਂ ਜਿਹੜੀਆਂ ਸਕੀਮਾਂ ਨੇ ਸਾਡੇ ਪੰਜਾਬ ਦੇ ਕਿਸਾਨਾਂ ਦੇ ਲਈ ਚੱਲ ਰਹੀਆਂ ਨੇ, ਜਿਹਦੇ ਕਰਕੇ ਪੰਜਾਬ ਦੇ ਵਿੱਚ ਰਕਬਾ ਵੱਧ ਸਕਦਾ। ਸਭ ਤੋਂ ਪਹਿਲਾਂ ਜਿਹੜੀ ਸਾਡੀ ਇਸ ਵੇਲੇ ਵਧੀਆ ਸਭ ਤੋਂ ਬੈਸਟ ਸਕੀਮ ਚੱਲਦੀ ਪਈ ਆ ਉਹ ਹੈਗੀ ਆ ਸਮੈਫ। ਇਹਦਾ ਸ਼ਾਰਟਕਟ ਨਾਮ ਹੈ ਸਬਮਿਸ਼ਨ ਔਨ ਐਗਰੋ ਫੋਰੈਸਟਰੀ। ਇਹਦੇ ਵਿੱਚ ਆਪਾਂ ਕਿਸਾਨਾਂ ਨੂੰ ਪੋਪੂਲਰ, ਕਲੋਨਲ ਸਫੈਦਾ ਔਰ ਬਰਮਾ ਡੇਕ ਵਾਸਤੇ ਪ੍ਰਮੋਟ ਕਰਦੇ ਹਾਂ। ਉਹਨਾਂ ਨੂੰ ਇਹ ਦੱਸਿਆ ਜਾਂਦਾ ਕਿ ਵੀ ਜਦੋਂ ਜਿਹੜੇ ਵੀ ਖੇਤਾਂ ਦੇ ਵਿੱਚ ਤੁਸੀਂ ਪਲਾਂਟੇਸ਼ਨ ਕਰੋਗੇ ਉਹਦੇ ਉੱਪਰ ਜਿੰਨਾ ਵੀ ਖਰਚਾ ਹੋਊਗਾ, ਲਗਭਗ ਸਬਸਿਡੀ ਉੱਤੇ ਗਵਰਨਮੈਂਟ ਸਬਸਿਡੀ ਦਿੰਦੀ ਆ। ਉਹਦੇ ਵਿੱਚ ਇਹ ਪ੍ਰੋਸੀਜਰ ਹੈਗਾ ਕਿ ਪਹਿਲੇ ਸਾਲ ਜਿੰਨੀ ਵੀ ਤੁਸੀਂ ਆਪਣੀ ਖੇਤੀਬਾੜੀ ਦੇ ਵਿੱਚ ਪਹਿਲੀ ਗੱਲ ਇਹ ਹੈ ਕਿ ਖੇਤੀਬਾੜੀ ਕਰਦਿਆਂ ਆਪਾਂ ਜੰਗਲ ਉਗਾ ਸਕਦੇ ਹਾਂ। ਜੰਗਲ ਉਗਾਉਣ ਨਾਲ ਖੇਤੀਬਾੜੀ ਪਹਿਲੇ 3 ਸਾਲ ਉਸ ਖੇਤ ਵਿੱਚ ਖੇਤੀਬਾੜੀ ਹੋ ਸਕਦੀ। ਲਗਭਗ 1 ਏਕੜ ਦੇ ਵਿੱਚ ਅਸੀਂ 400 ਬੂਟਾ ਰਿਕਮੈਂਡ ਕਰਦੇ ਹਾਂ ਕਿਸਾਨਾਂ ਨੂੰ ਕਿ ਤੁਸੀਂ 400 ਪਲਾਂਟਸ ਹੋ, ਚਾਹੇ ਸਫੈਦਾ ਹੋਵੇ ਚਾਹੇ ਪੋਪੂਲਰ ਹੋਵੇ। ਸਫੈਦਾ ਸਿਰਫ ਕਲੋਨਲ ਸਫੈਦਾ, ਪੋਪੂਲਰ ਹੋਵੇ ਜਾਂ ਬਰਮਾ ਡੇਕ ਹੋਵੇ। ਇਹਨਾਂ ਸਾਰਿਆਂ ਦਾ ਮੈਚਿਓਰਿਟੀ ਦਾ ਟਾਈਮ ਹੈਗਾ, ਲਗਭਗ ਉਹ 5 ਤੋਂ 6 ਸਾਲ ਦੇ ਵਿੱਚ ਇਹ ਤਿਆਰ ਹੋ ਜਾਂਦੇ ਆ। ਇਸ ਵੇਲੇ ਇਹਨਾਂ ਦੀ ਮਾਰਕੀਟ ਦੇ ਵਿੱਚ ਬਹੁਤ ਅੱਛੀ ਡਿਮਾਂਡ ਹੈਗੀ ਹੈ ਅਤੇ ਕਿਸਾਨ ਇਹ ਤੋਂ ਚੰਗਾ ਮੁਨਾਫਾ ਕਮਾ ਸਕਦੇ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਐਗਰੋ ਫੋਰੈਸਟਰੀ ਦੇ ਲਈ ਤੁਸੀਂ ਕਾਫੀ ਸਾਰਾ ਰਕਬਾ ਉਹਦੇ ਥੱਲੇ ਲਿਆਉਣ ਲਈ ਕਿਸਾਨ ਵੀਰਾਂ ਨੂੰ ਜਿਹੜੇ ਬੂਟੇ ਆ ਉਹ ਪੋਪੂਲਰ ਸਫੈਦਾ, ਜਿਹਨੂੰ ਕਲੋਨਲ ਸਫੈਦਾ ਕਹਿੰਦੇ, ਜਿਹੜੇ ਸਿੱਧੇ ਜਾਣ ਵਾਲੇ ਸਫੈਦੇ ਆ, ਅਤੇ ਇੱਕ ਬਰਮਾ ਡੇਕ, ਇਹ ਤਿੰਨਾਂ ਜਿਹੜੇ ਬੂਟੇ ਤੁਸੀਂ ਕਿਸਾਨ ਵੀਰਾਂ ਨੂੰ ਤਰਜੀਹ ਦਿੰਦੇ ਹੋ ਵੀ ਉਹ ਆਪਣੀਆਂ ਵੱਟਾਂ 'ਤੇ ਲਾਉਣ, ਆਪਣੇ ਖੇਤਾਂ ਦੇ ਵਿੱਚ ਲਾਉਣ, ਅਤੇ ਜਾਂ ਆਪਣੇ ਖੇਤ ਦੇ ਵਿੱਚ ਵੀ ਲਾਉਣ, ਜਿਹਦੇ ਵਿੱਚ ਪਹਿਲੇ 3 ਸਾਲ ਜਿਹੜੀ ਖੇਤੀ ਬਹੁਤ ਵਧੀਆ ਹੋ ਸਕਦੀ ਹੈ, ਜਿਹਦੇ ਵਿੱਚ ਕਣਕ ਵੀ ਬਹੁਤ ਵਧੀਆ ਹੁੰਦੀ ਆ, ਹਲਦੀ ਵੀ ਬਹੁਤ ਵਧੀਆ ਹੁੰਦੀ ਆ, ਹੋਰ ਫਸਲਾਂ ਵੀ ਕਈ ਬਹੁਤ ਵਧੀਆ ਹੁੰਦੀਆਂ ਨੇ। ਸੋ ਮੈਨੂੰ ਲੱਗਦਾ ਹੈ ਕਿਸਾਨ ਵੀਰਾਂ ਨੂੰ ਇੱਧਰ ਨੂੰ ਜ਼ਰੂਰ ਮੁੜਨਾ ਚਾਹੀਦਾ, ਕਿਉਂਕਿ ਇਹਦੇ ਵਿੱਚ ਸਾਡਾ ਨੁਕਸਾਨ ਕੋਈ ਨਹੀਂ ਹੈ, ਕਿਉਂਕਿ 5-6 ਸਾਲ ਤੱਕ ਸਾਨੂੰ ਬੂਟਿਆਂ ਨੇ ਵੀ ਆਮਦਨ ਦੇ ਦੇਣੀ ਆ ਅਤੇ ਸਾਡੀ ਖੇਤੀਬਾੜੀ ਵੀ ਹੋਈ ਜਾਣੀ ਆ। ਸੋ ਇਹਦੇ ਸੰਬੰਧੀ ਥੋੜ੍ਹਾ ਜਿਹਾ ਹੋਰ ਆਪਾਂ, ਕਿਉਂਕਿ ਐਗਰੋ ਫੋਰੈਸਟਰੀ ਦਾ ਮੂਹਰੇ ਜ਼ਮਾਨਾ ਆ, ਆਪਾਂ ਥੋੜ੍ਹਾ ਜਿਹਾ ਵਿਸਥਾਰ ਨਾਲ ਹੋਰ ਇਹਦੇ ਸੰਬੰਧੀ ਦੱਸੀਏ ਕਿਸਾਨ ਵੀਰਾਂ ਨੂੰ। ਹਾਂਜੀ, ਕਿਸਾਨ ਵੀਰਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਾਂ 1 ਏਕੜ ਦੇ ਵਿੱਚ ਲਗਭਗ 400 ਪਲਾਂਟਸ ਵਣ ਵਿਭਾਗ ਰਿਕਮੈਂਡ ਕਰਦਾ। 400 ਪਲਾਂਟਸ ਲਗਾਉਣ ਦੇ ਬਾਅਦ ਤੁਹਾਡੀ ਖੇਤੀਬਾੜੀ ਵਾਸਤੇ ਤੁਸੀਂ ਟਰੈਕਟਰ ਨਾਲ ਉਹਨੂੰ ਕਲਟੀਵੇਟ ਕਰ ਸਕਦੇ ਹੋ। ਆਪਣੀ ਬਕਾਇਦਾ 3 ਸਾਲ ਕਣਕ ਔਰ ਝੋਨਾ ਜਾਂ ਕੋਈ ਹੋਰ ਫਸਲ ਬੀਜ ਸਕਦੇ ਹੋ। ਉਹਦੇ ਵਿੱਚ ਤੁਸੀਂ ਦਾਲਾਂ ਵੀ ਬੀਜ ਸਕਦੇ ਹੋ। ਪਹਿਲੇ 3 ਸਾਲ ਉਹਦੇ ਵਿੱਚ ਸਨਲਾਈਟ ਪ੍ਰੋਪਰ ਰਹਿੰਦੀ ਹੈ। ਉਸ ਤੋਂ ਲਾਸਟ ਵਾਲੇ 2 ਸਾਲ ਜਾਂ 3 ਸਾਲ ਦੇ ਵਿੱਚ ਤੁਸੀਂ
ਉਹਦੇ ਵਿੱਚ ਹਲਦੀ, ਅਦਰਕ ਜਾਂ ਅੰਡਰ ਸ਼ੇਡ ਜਿਹੜੀਆਂ ਸਪੀਸੀਜ਼ ਹੁੰਦੀਆਂ ਨੇ ਉਹ ਬੀਜ ਸਕਦੇ ਹੋ। ਜਿੱਥੋਂ ਤੱਕ ਕਿਸਾਨਾਂ ਨੂੰ ਪ੍ਰਮੋਟ ਕਰਨ ਦੀ ਗੱਲ ਹੈ, ਪੰਜਾਬ ਸਰਕਾਰ ਵੱਲੋਂ ਇਸ ਵੇਲੇ ਜਿਹੜਾ ਵਾ 35 ਰੁਪਏ ਪਰ ਪਲਾਂਟ ਦੇ ਹਿਸਾਬ ਨਾਲ ਕਿਸਾਨ ਨੂੰ ਫਾਰਮਰ ਨੂੰ ਇਹ ਜਿਹੜੀ ਆ ਸਬਸਿਡੀ ਦਿੱਤੀ ਜਾਂਦੀ ਆ। ਉਹਦੇ ਵਿੱਚ ਜਦੋਂ ਕੋਈ ਕਿਸਾਨ ਜਿਹੜਾ ਪਲਾਂਟਸ ਉਹਨੂੰ ਵਣ ਵਿਭਾਗ, ਦੇਖੋ ਜੀ ਪਲਾਂਟਸ ਵੀ ਫ੍ਰੀ ਆਫ ਕਾਸਟ ਉਹਨੂੰ ਮੁਹੱਈਆ ਕਰਾਉਂਦਾ। ਇਹ ਵੀ ਸਭ ਤੋਂ ਵੱਡੀ ਗੱਲ, ਇਹ ਵੀ ਚੀਜ਼ ਵਿੱਚ ਜੋੜਨੀ ਚਾਹੀਦੀ ਹੈ। ਜਿਹੜੇ ਪਲਾਂਟਸ ਆਪਾਂ ਦਿੰਦੇ ਹਾਂ ਉਹਨਾਂ ਨੂੰ ਜਦੋਂ ਆਪਣੀ ਖੇਤਾਂ ਦੇ ਵਿੱਚ ਲਾਉਂਦੇ ਆ, ਉਸ ਤੋਂ ਬਾਅਦ ਉਹਦੀ ਜਿਹੜੀ ਆ ਹੁਣ ਜਿੰਨੇ ਪਲਾਂਟਸ ਹੁੰਦੇ ਉਹਨਾਂ ਦੀ ਜਿਹੜੀ ਆਪਾਂ ਸਾਰੀ ਬੁਕਿੰਗ ਕਰਦੇ ਹਾਂ ਸਬਮਿਸ਼ਨ ਔਨ ਐਗਰੀ ਫੋਰੈਸਟਰੀ ਦੇ ਵਿੱਚ। ਐਗਰੋ ਫੋਰੈਸਟਰੀ ਦੇ ਵਿੱਚ ਉਹਨਾਂ ਨੂੰ ਪਹਿਲੇ ਸਾਲ ਲਗਾਏ ਗਏ ਪੌਦਿਆਂ ਦੇ ਵਿੱਚੋਂ ਜਿੰਨੇ ਜੀਵਤ ਹੋਣਗੇ ਉਹਦੇ 15 ਰੁਪਏ ਪਰ ਪਲਾਂਟ ਦੇ ਹਿਸਾਬ ਨਾਲ ਜਿਹੜੀ ਗਵਰਨਮੈਂਟ ਪੰਜਾਬ ਸਰਕਾਰ ਵੱਲੋਂ ਸਬਸਿਡਾਈਜ਼ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ 3 ਇਅਰਸ ਜਿਹੜੇ ਆ 4 ਸਾਲ ਤੱਕ ਇਹ ਜਿਹੜੀ ਸਬਸਿਡੀ ਕੁੱਲ 35 ਰੁਪਏ ਸਬਸਿਡੀ ਆ। 35 ਰੁਪਏ ਦੇ ਵਿੱਚੋਂ ਜਿਹੜੀ 4 ਸਾਲ ਤੱਕ ਉਹਨੂੰ ਪਾਰਟਸ ਦੇ ਵਿੱਚ ਦਿੱਤਾ ਜਾਂਦਾ। ਨੈਕਸਟ ਈਅਰ ਜਿਹੜਾ ਵਾ 7 ਰੁਪਏ, ਫਿਰ 7 ਰੁਪਏ ਔਰ ਚੌਥੇ ਸਾਲ ਫਿਰ 7 ਰੁਪਏ ਦਿੱਤੇ ਜਾਂਦੇ ਆ ਜੀਵਤ ਪੌਦਿਆਂ ਦੀ ਦਰ ਦੇ ਹਿਸਾਬ ਨਾਲ। ਜਿਹੜਾ ਵਣ ਵਿਭਾਗ ਦੇ ਜਿਹੜੇ ਉੱਥੋਂ ਦੇ ਫੀਲਡ ਵਾਲੇ ਕਰਮਚਾਰੀ ਹੈਗੇ ਉਹ ਦੇਖਦੇ ਆ ਵੀ ਕਿੰਨੇ ਪੌਦੇ ਜੀਵਤ ਹੈਗੇ ਆ, ਉਹਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਰਿਪੋਰਟ ਦਿੱਤੀ ਜਾਂਦੀ ਆ। ਔਰ ਇਹ ਜਿਹੜੀ ਸਬਸਿਡੀ ਹੈ ਇਹਦੇ ਵਿੱਚ ਕੋਈ ਮੀਡੀਏਟਰ ਨਹੀਂ ਹੈਗਾ, ਇਹ ਸਬਸਿਡੀ ਜਿਹੜੀ ਫਾਰਮਰ ਦੇ ਡਾਇਰੈਕਟ ਅਕਾਊਂਟ ਦੇ ਵਿੱਚ ਆਉਂਦੀ ਹੈ। ਕਿਸਾਨ ਵੀਰੋ ਨਾਲੇ ਪੁੰਨ ਤੇ ਨਾਲੇ ਫੜੀਆਂ, ਨਾਲੇ ਆਪਾਂ ਬੂਟੇ ਵੀ ਲਾਈਏ ਤੇ ਨਾਲੇ ਵਿੱਚ ਖੇਤੀ ਵੀ ਕਰੀਏ। ਕਿਉਂ ਨਾ ਆਪਾਂ ਜੰਗਲਾਤ ਮਹਿਕਮੇ ਨਾਲ ਹੱਥ ਮਿਲਾ ਕੇ ਚੱਲੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣਾ ਵਾਤਾਵਰਣ ਵੀ ਸੰਭਾਲੀਏ। ਰੰਧਾਵਾ ਸਾਹਿਬ, ਇਹ ਤਾਂ ਹੋਈ ਗੱਲ 3 ਬੂਟਿਆਂ ਦੀ। ਇੱਕ ਅਸੀਂ ਤੁਹਾਡੇ ਇੱਥੇ ਨਰਸਰੀ 'ਚ ਦੇਖ ਰਹੇ ਹਾਂ, ਤੁਸੀਂ 2-3 ਸਾਲਾਂ ਤੋਂ ਚੰਦਨ ਦੇ ਬੂਟੇ ਤਿਆਰ ਕਰ ਰਹੇ ਹੋ। ਕੀ ਪੰਜਾਬ ਦੇ ਵਿੱਚ ਇਹਨਾਂ ਦੀ ਖੇਤੀ ਪੋਸੀਬਲ ਹੈ? ਕੀ ਇਹਨੂੰ ਵੀ ਆਪਾਂ ਐਗਰੋ ਫੋਰੈਸਟਰੀ ਦੇ ਵਿੱਚ ਖੇਤਾਂ ਦੇ ਵਿੱਚ ਲਾਉਣ ਲਈ ਵਰਤ ਸਕਦੇ ਹਾਂ? ਜਿਹੜਾ ਚੰਦਨ ਹੈ, ਪਹਿਲਾਂ ਤੇ ਸਾਰਿਆਂ ਨੂੰ ਇਹ ਪਤਾ ਹੀ ਹੈ ਫਾਰਮਰਸ ਨੂੰ, ਕਿ ਮੈਂ ਸਪੈਸ਼ਲੀ ਉਹਨਾਂ ਨੂੰ ਦੱਸਣਾ ਵੀ ਚਾਹਾਂਗਾ ਕਿ ਚੰਦਨ ਦਾ ਜਿਹੜਾ ਵ੍ਰਿਕਸ਼ ਆ ਜਾਂ ਚੰਦਨ ਦਾ ਜਿਹੜਾ ਦਰਖਤ ਆ, ਰੁੱਖ ਆ, ਇਹਦੀ ਬਹੁਤ ਕੀਮਤੀ ਦਰਖਤ ਹੁੰਦਾ। ਇਹਦਾ ਜਿਹੜਾ ਵਾ ਟਰਾਇਲ ਪਿਛਲੇ 5-6 ਸਾਲਾਂ ਤੋਂ ਚੱਲਦਾ ਪਿਆ ਪੰਜਾਬ ਦੇ ਵਿੱਚ। ਨੀਮ ਪਹਾੜੀ ਖੇਤਰਾਂ ਦੇ ਵਿੱਚ ਇਹਦੀ ਜਿਹੜੀ ਸਰਵਾਈਵਲ ਬਹੁਤ ਅੱਛੀ ਹੋਈ ਆ ਔਰ ਜਿਹੜੇ ਫਾਰਮਰਸ ਨੇ ਲਾਇਆ ਉਹ ਅੱਛੇ, ਉਹਨਾਂ ਨੂੰ ਜਿਹੜਾ ਸਮਾਂ ਪਾ ਕੇ ਆਫਟਰ 15 ਤੋਂ 20 ਸਾਲ ਇਹਨੂੰ ਮੈਚਿਓਰਿਟੀ ਨੂੰ ਲੱਗਦੇ। ਔਰ 15 ਤੋਂ 20 ਸਾਲ ਜੇ ਆਪਾਂ ਗਿਣ ਕੇ ਚੱਲੀਏ ਤਾਂ ਐਵਰੇਜ ਲਗਭਗ ਲੱਖ-ਸਵਾ ਲੱਖ ਰੁਪਏ ਦਾ ਇੱਕ ਪਲਾਂਟ ਜਿਹੜਾ ਉਹ ਤਿਆਰ ਹੋ ਜਾਏਗਾ। ਇਸ ਤੋਂ ਵੱਡਾ ਹੋਰ ਕੋਈ ਮੈਨੂੰ ਨਹੀਂ ਲੱਗਦਾ ਕਿਤੇ ਵੀ ਰੈਵਨਿਊ ਗੇਨ ਹੋ ਸਕਦਾ ਹੈ। ਤੇ ਚੰਦਨ ਜਿਹੜਾ, ਜਿੱਥੋਂ ਤੱਕ ਪੰਜਾਬ ਦੇ ਵਿੱਚ ਚੰਦਨ ਲਗਾਉਣ ਦੀ ਗੱਲ ਆ, ਕਿ ਨਾਲ ਦੇ ਡਿਸਟ੍ਰਿਕਟ ਹੁਸ਼ਿਆਰਪੁਰ, ਰੋਪੜ, ਗੜ੍ਹਸ਼ੰਕਰ ਦੇ ਆਸ-ਪਾਸ ਨੀਮ ਪਹਾੜੀ ਖੇਤਰਾਂ ਦੇ ਵਿੱਚ ਇਹਦੀ ਬਹੁਤ ਵਧੀਆ ਗਰੋਥ ਹੋਈ ਆ, ਜਿਹਨੂੰ ਦੇਖਦਿਆਂ ਹੋਇਆਂ ਮਾਣਯੋਗ ਪ੍ਰਧਾਨ ਮੁੱਖ ਵਣਪਾਲ ਪੰਜਾਬ ਜੀ ਵੱਲੋਂ ਅਤੇ ਵਣ ਮੰਡਲ ਅਫਸਰ ਆਪਣੇ ਜਲੰਧਰ ਜੀ ਵੱਲੋਂ ਮੈਨੂੰ ਇੱਥੇ ਹਦਾਇਤ ਹੋਈ ਵੀ ਇੱਥੇ ਵੀ ਤਿਆਰ ਕੀਤਾ ਜਾਵੇ ਤੇ ਜਲੰਧਰ ਔਰ ਆਸ-ਪਾਸ ਦੇ ਇਲਾਕਿਆਂ ਨੂੰ ਵੀ ਜਿਹੜਾ ਚੰਦਨ ਦੀ ਜਿਹੜੀ ਡਿਸਟ੍ਰੀਬਿਊਸ਼ਨ ਕੀਤੀ ਜਾਵੇ ਤੇ ਫਾਰਮਰਸ ਨੂੰ ਜਾਗ੍ਰਿਤੀ ਦਿੱਤੀ ਜਾਵੇ ਕਿ ਤੁਸੀਂ ਚੰਦਨ ਦੀ ਖੇਤੀ ਵੀ ਕਰ ਸਕਦੇ ਹੋ। ਜਿੱਥੋਂ ਤੱਕ ਚੰਦਨ ਦੀ ਖੇਤੀ ਦਾ ਸਵਾਲ ਹੈ, ਚੰਦਨ ਜਿਹੜਾ ਵੈਲ ਡਰੇਨ ਸੋਇਲ ਦੇ ਵਿੱਚ ਹੁੰਦਾ, ਜਿੱਥੇ ਪਾਣੀ ਖੜਾ ਨਾ ਹੋਵੇ। ਸਿਰਫ ਫਾਰਮਰਸ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਜੇ ਉਸੇ ਹੀ ਜਗ੍ਹਾ ਤੇ ਪਲਾਂਟਸ ਲਗਾਏ ਜਾਣ ਜਿੱਥੇ ਪਰਮਾਨੈਂਟ ਵਾਟਰ ਲੌਗਡ ਏਰੀਆ ਦੇ ਵਿੱਚ ਇਹ ਪਲਾਂਟ ਬਿਲਕੁਲ ਨਹੀਂ ਹੋਏਗਾ। ਜਿੱਥੇ ਬਾਰਿਸ਼ ਆਈ ਪਾਣੀ ਨਿਕਲ ਜਾਵੇ ਔਰ ਸੈਂਡੀ ਸੋਇਲ ਨੂੰ ਜ਼ਿਆਦਾ ਸੂਟ ਕਰਦਾ। ਸਾਨੂੰ ਰੰਧਾਵਾ ਸਾਹਿਬ ਨੇ ਇਹੀ ਦੱਸਿਆ ਕਿ ਜੇਕਰ ਮਿੱਟੀ ਇਹੋ ਜਿਹੀ ਆ, ਥੋੜ੍ਹੀ ਜਿਹੀ ਰੇਤਲੀ ਆ, ਜਿਹਦੇ ਵਿੱਚੋਂ ਪਾਣੀ ਜਲਦੀ ਨਿਕਲ ਜਾਂਦਾ, ਉੱਥੇ ਹੀ ਇਹ ਬੂਟੇ ਕਾਮਯਾਬ ਹੋਣਗੇ। ਕਿਉਂਕਿ ਮਹਿੰਗੇ ਭਾਅ ਦੇ ਬੂਟੇ ਆਪਾਂ ਐਵੇਂ ਲਾ ਬੈਠੀਏ। ਤੇ ਮੈਂ ਤੁਹਾਡੇ ਤੋਂ ਰੰਧਾਵਾ ਸਾਹਿਬ ਇਹ ਪੁੱਛਣਾ ਚਾਹੂੰਗਾ, ਬਠਿੰਡਾ ਮਾਨਸਾ 'ਚ ਕਲਾਈਮੇਟ ਕਾਫੀ ਗਰਮ ਰਹਿੰਦਾ, ਕਿ ਉੱਧਰ ਨੂੰ ਵੀ ਕਿਸਾਨ ਇਹ ਲਾ ਸਕਦੇ ਆ? ਥੋੜ੍ਹਾ ਜਿਹਾ ਇਹਦੇ ਬਾਰੇ ਵੀ ਦੱਸੋ। ਤੁਸੀਂ ਵੱਡੇ ਮਾਸ ਲੈਵਲ ਤੇ ਖੇਤੀ ਇਹਦੀ ਨਾ ਕਰੋ, ਥੋੜੇ ਹਰ ਫਾਰਮਰ ਲਾ ਕੇ ਆਪਣਾ ਪ੍ਰੈਕਟੀਕਲ ਕਰੇ। ਜਿੱਥੋਂ ਤੱਕ ਲੈਂਡ ਦਾ ਸਵਾਲ ਹੈ, ਜਲੰਧਰ ਹੁਸ਼ਿਆਰਪੁਰ ਦੀ ਨੇਚਰ ਆਫ ਲੈਂਡ ਸੇਮ ਹੈਗੀ ਹੈ। ਇੱਥੇ ਜਿਹੜਾ ਮੈਨੂੰ ਲੱਗਦਾ ਵੀ 100% ਇਹਦੀ ਸਰਵਾਈਵਲ ਹੋਏਗੀ। ਔਰ ਆਪਾਂ ਬਕਾਇਦਾ ਉਹਦੀ ਵਿਜ਼ਿਟ ਵੀ ਕਰਦੇ ਹਾਂ ਪਹਿਲਾਂ ਵਿਭਾਗ ਦੇ ਤੌਰ ਤੇ, ਕਿ ਫਾਰਮਰ ਜਦੋਂ ਸਾਨੂੰ ਕੋਈ ਆਣ ਕੇ ਪੁੱਛਦਾ ਪਿਆ ਕਿ ਇਹ ਜਿਹੜੇ ਬੂਟੇ ਕਿੱਥੇ ਲੱਗਣੇ ਆ, ਤੇ ਸਾਨੂੰ ਲਗਭਗ ਸਾਰੇ ਏਰੀਆ ਦਾ ਪਤਾ ਹੀ ਹੈ, ਤੇ ਉਸੇ ਹਿਸਾਬ ਨਾਲ ਅਸੀਂ ਸੁਜੈਸਟ ਕਰਦੇ ਹਾਂ ਕਿ ਆਹ ਪਲਾਂਟ ਤੁਸੀਂ ਲਾਓ। ਸੋ ਕਿਸਾਨ ਵੀਰੋ, ਸਭ ਤੋਂ ਪਹਿਲਾਂ ਸਾਨੂੰ ਆਪਣੇ ਮਿੱਟੀ, ਹਵਾ, ਪਾਣੀ, ਪੌਣ ਪਾਣੀ ਸਾਰਾ ਦੇਖਣਾ ਪਊਗਾ ਕਿ ਇਹ ਚੰਦਨ ਦੇ ਬੂਟਿਆਂ ਦੇ ਕਾਬਿਲ ਹੈ ਜਾਂ ਨਹੀਂ। ਸੋ ਤਾਂ ਹੀ ਆਪਾਂ ਇਹਨੂੰ ਤਰਜੀਹ ਦਈਏ। ਰੰਧਾਵਾ ਸਾਹਿਬ, 2-3 ਸਾਲਾਂ ਤੋਂ ਆਈ ਹਰਿਆਲੀ ਸਕੀਮ ਆਪਣੀ ਚੱਲ ਰਹੀ ਹੈ। ਸਾਉਣ ਭਾਦੋਂ ਦੇ ਵਿੱਚ ਕਾਫੀ ਐਕਟਿਵ ਇਹ ਹੋ ਜਾਂਦੀ ਹੈ, ਕਿਉਂਕਿ ਬੂਟੇ ਜ਼ਿਆਦਾ ਉਦੋਂ ਹੀ ਲੱਗਦੇ ਨੇ। ਸੋ ਇਹ ਆਈ ਹਰਿਆਲੀ ਹੈ ਜਿਹੜੀ ਸਕੀਮ, ਕੀ ਸਕੀਮ ਆ? ਕੀ ਇਸ ਸਾਲ ਵੀ ਚਾਲੂ ਹੈ ਇਹ? ਤੇ ਕੀ ਇਹ ਸਕੀਮ ਦੇ ਥੱਲੇ ਕਿਸਾਨ ਵੀਰਾਂ ਨੂੰ ਆਪਾਂ ਦੇ ਰਹੇ ਹਾਂ? ਦੇਖੋ ਜੀ, ਆਈ ਹਰਿਆਲੀ ਜਿਹੜੀ ਐਪ ਆ, ਇਹ ਵਿਭਾਗ ਨੇ ਆਪਣਾ ਜਿਹੜਾ ਮੋਡੀਫਾਈ ਕਰਕੇ ਇਹਨੂੰ ਆਨਲਾਈਨ ਕੀਤਾ ਹੋਇਆ। ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਔਰ ਮਾਨਯੋਗ ਪ੍ਰਧਾਨ ਮੁੱਖ ਵਣਪਾਲ ਪੰਜਾਬ ਜੀ ਵੱਲੋਂ ਇਹ ਜਿਹੜੀ ਐਪ ਤਿਆਰ ਕਰਕੇ, ਇਹਦਾ ਐਪ ਦਾ ਮੰਤਵ ਇਹੋ ਹੀ ਸੀਗਾ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵਾ ਪਲਾਂਟਸ ਵੱਲ ਜਾਂ
ਫੋਰੈਸਟੇਸ਼ਨ ਵੱਲ ਜਿਹੜਾ ਵਾ ਉਹ ਤਿਆਰ ਕੀਤਾ ਜਾਵੇ। ਆਈ ਹਰਿਆਲੀ ਐਪ ਜਿਹੜੀ ਤੰਦਰੁਸਤ ਪੰਜਾਬ ਮਿਸ਼ਨ ਦਾ ਹੀ ਇੱਕ ਸਬਜੈਕਟ ਹੈ। ਆਈ ਹਰਿਆਲੀ ਐਪ ਦੇ ਵਿੱਚ ਜਿਹੜਾ ਕੋਈ ਵੀ ਸਿਟੀਜ਼ਨ ਹੈ ਜਿਹਦੇ ਕੋਲ ਐਂਡਰੋਇਡ ਫੋਨ ਆ, ਉਹ ਆਪਣੇ ਫੋਨ ਦੇ ਉੱਤੇ ਐਪ ਸਟੋਰ ਤੋਂ ਜਾ ਕੇ ਉਹ ਆਪਣਾ ਉੱਥੋਂ ਪਲੇ ਸਟੋਰ ਤੋਂ ਜਾ ਕੇ ਆਪਣੀ ਉਹਦੀ ਐਪ ਡਾਊਨਲੋਡ ਕਰ ਸਕਦਾ। ਆਈ ਹਰਿਆਲੀ ਐਪ ਦੇ ਵਿੱਚ ਤੁਸੀਂ ਨੀਅਰ ਬਾਈ ਨਰਸਰੀ ਤੁਹਾਨੂੰ ਆਪਣੇ ਆਪ ਉਹ ਲੋਕੇਸ਼ਨ ਦੱਸੇਗੀ। ਲੋਕੇਸ਼ਨ ਦੇ ਹਿਸਾਬ ਨਾਲ ਤੁਸੀਂ ਇੱਕ ਦਿਨ ਦੇ ਵਿੱਚ ਉਹ 'ਚ 15 ਪਲਾਂਟ ਫ੍ਰੀ ਆਫ ਕਾਸਟ ਲੈ ਸਕਦੇ ਹੋ। ਜਦੋਂ ਤੁਸੀਂ ਉਹ 'ਤੇ ਆਰਡਰ ਕਰੋਗੇ, ਨੀਅਰ ਬਾਈ ਨਰਸਰੀ ਜਿਹੜੀ ਤੁਸੀਂ ਸਿਲੈਕਟ ਕਰੋਗੇ, ਉਹ ਨਰਸਰੀ ਦੇ ਉੱਤੇ ਮੈਸੇਜ ਆ ਜਾਏਗਾ। ਕੰਸਰਨਡ ਜਿਹੜਾ ਇੰਚਾਰਜ ਆਫ ਨਰਸਰੀ ਹੋਏਗਾ, ਉਹਨਾਂ ਨੂੰ ਮੈਸੇਜ ਆ ਜਾਂਦਾ। ਉਹਦੇ ਹਿਸਾਬ ਨਾਲ ਆਪਾਂ ਜਿਹੜਾ ਉਹਨਾਂ ਨੂੰ ਜਿਹੜੇ ਆ ਪਲਾਂਟਸ ਫ੍ਰੀ ਆਫ ਕਾਸਟ ਦਿੰਦੇ ਹਾਂ ਜੀ। 15 ਪਲਾਂਟ ਪਰ ਡੇ ਇੱਕ ਆਰਡਰ ਦੇ ਉੱਤੇ। ਬਿਲਕੁਲ ਰੰਧਾਵਾ ਸਾਹਿਬ ਦੱਸ ਰਿਹਾ ਕਿ ਇਹ ਜਿਹੜੇ ਬੂਟੇ ਆ 15 ਦੇਣੇ ਆ, ਇਹਨਾਂ ਦਾ ਕੋਈ ਪੈਸਾ ਨਹੀਂ ਲੈਣਾ, ਇਹ ਬਿਲਕੁਲ ਫ੍ਰੀ ਨੇ ਤੇ ਤੁਸੀਂ ਇਹ ਫ੍ਰੀ ਬੂਟੇ ਲੈ ਕੇ ਆਪਣੇ ਖੇਤਾਂ ਦੇ ਵਿੱਚ ਲਗਾ ਕੇ ਇਹਨੂੰ ਪਾਲ ਸਕਦੇ ਹੋ। ਬਿਲਕੁਲ ਰੰਧਾਵਾ ਸਾਹਿਬ, ਆਪਾਂ ਹੁਣ ਗੱਲ ਕਰੀਏ ਕਿ ਇਹ ਆਈ ਹਰਿਆਲੀ ਐਪ ਤੋਂ ਬਿਨਾਂ ਹੋਰ ਸਕੀਮਾਂ ਦੀ ਤੁਹਾਡੀਆਂ, ਕਿਉਂਕਿ ਕਾਫੀ ਸਾਰੀਆਂ ਸਕੀਮਾਂ ਸਾਰੇ ਮਹਿਕਮਿਆਂ ਦੀਆਂ ਕਿਸਾਨੀ ਦੇ ਭਲਾਈ ਦੇ ਲਈ ਚੱਲ ਰਹੀਆਂ ਨੇ। ਤੁਸੀਂ ਵੀ ਕੋਈ ਸਕੀਮਾਂ ਹੋਰ ਇਹ ਤੋਂ ਆਈ ਹਰਿਆਲੀ ਐਪ ਤੋਂ ਬਿਨਾਂ ਚਲਾ ਰਹੇ ਹੋ, ਉਹਦੇ ਸੰਬੰਧੀ ਵੀ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਦਿਓ। ਕੋਈ ਵੀ ਫਾਰਮਰ ਆ ਉਹ ਕਿਸੇ ਵੀ ਲੈਵਲ ਦੇ ਉੱਪਰ ਜੇ ਫੋਰੈਸਟ ਨੂੰ ਡਿਵੈਲਪ ਕਰਨਾ ਚਾਹੁੰਦਾ ਜਾਂ ਦਰਖਤ ਲਗਾਉਣਾ ਚਾਹੁੰਦਾ ਆ, ਤੇ ਅਸੀਂ ਉਹਦੇ ਲਈ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਗੀ। ਉਹ ਜਿੰਨੇ ਮਰਜ਼ੀ ਸਾਡੇ ਕੋਲ ਆ ਕੇ ਪਲਾਂਟਸ ਲੈ ਸਕਦਾ। ਸਾਡਾ ਜਿਹੜਾ ਵਣ ਵਿਭਾਗ ਦਾ ਮੰਤਵ ਸਿਰਫ ਇੱਕੋ ਮੰਤਵ ਆ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣਾ। ਉਹਦੇ ਵਿੱਚ ਅਸੀਂ ਕਿਸੇ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਲਗਾ ਰਹੇ। ਇਸ ਕਰਕੇ ਦੂਸਰੀ ਗੱਲ ਜਿਹੜੀ ਆਪਾਂ ਚੰਦਨ ਦੀ ਥੋੜ੍ਹੀ ਜਿਹੀ ਇੱਕ ਗੱਲ ਕਰ ਲਈਏ, ਜਿਹੜੀ ਉਹ ਕਿਸਾਨਾਂ ਨੂੰ ਦੱਸਣਾ ਰਹਿ ਗਿਆ ਕਿ ਕਿਸਾਨ ਵੀਰੋ, ਜੇ ਕਿਸੇ ਨੇ ਵੀ ਪੰਜਾਬ ਰਾਜ ਦੇ ਵਿੱਚ ਚੰਦਨ ਦਾ ਕੋਈ ਪਲਾਂਟ ਸਾਡੇ ਕੋਲੋਂ ਖਰੀਦਣਾ ਹੋਏ ਵਣ ਵਿਭਾਗ ਕੋਲੋਂ, ਤੇ ਉਹਦਾ ਜਿਹੜਾ ਪ੍ਰੈਸਕ੍ਰਾਈਬਡ ਰੇਟ ਹੈਗਾ 35 ਰੁਪਏ ਪ੍ਰਤੀ ਬੂਟਾ ਪੰਜਾਬ ਵਸਨੀਕਾਂ ਲਈ ਤੇ 45 ਰੁਪਏ ਪ੍ਰਤੀ ਬੂਟਾ ਅਦਰ ਸਟੇਟਸ ਲਈ। ਇਹ 45 ਰੁਪਏ ਆਪਾਂ ਉਹਨਾਂ ਨੂੰ ਜਿਹੜੇ ਦੂਸਰੇ ਰਾਜਾਂ ਤੋਂ ਕੋਈ ਲੈਣ ਆਉਂਦੇ ਆ ਲੋਕ, ਉਹਨਾਂ ਲਈ ਰੱਖਿਆ ਹੈ। 35 ਰੁਪਏ ਗਵਰਨਮੈਂਟ ਨੇ 10 ਰੁਪਏ ਆਪਣੇ ਪੰਜਾਬ ਦੇ ਵਸਨੀਕਾਂ ਲਈ, ਪੰਜਾਬ ਦੇ ਫਾਰਮਰਸ ਲਈ ਪਹਿਲਾਂ ਹੀ ਘੱਟ ਰੱਖਿਆ ਹੋਇਆ। ਬਾਕੀ ਰਹੀ ਜਿਹੜੀ ਫਾਰਮਰਸ ਦੇ ਨਾਲ, ਮੈਂ ਕਹਿੰਦਾ ਸਭ ਤੋਂ ਬੈਸਟ ਜਿਹੜਾ ਇਸ ਵੇਲੇ ਸਾਨੂੰ ਸਬ ਮਿਸ਼ਨ ਔਨ ਐਗਰੋ ਫੋਰੈਸਟਰੀ ਦੇ ਵਿੱਚ ਸਮੈਫ ਦੇ ਵਿੱਚ ਕੰਮ ਜਿਹੜੇ ਆਪਣੇ ਫੋਰੈਸਟ ਉਗਾਉਣੇ ਚਾਹੀਦੇ ਆ। ਇੱਥੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਅਮੈਂਡ ਕਰਨੀ ਚਾਹਾਂਗਾ ਪੰਜਾਬ ਦੇ ਕਿਸਾਨਾਂ ਨੂੰ ਕਿ ਪਹਿਲੋਂ ਕੀ ਹੁੰਦਾ ਸੀਗਾ ਕਿ ਜੋ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜੇ ਜ਼ਿਆਦਾ ਕਿਸਾਨ ਕਿਸੇ ਫਸਲ ਨੂੰ ਲਗਾ ਦੇਣ ਤਾਂ ਉਹ ਫਸਲ ਦੀ ਜੀ ਬੇਕਦਰੀ ਹੁੰਦੀ। ਹੁਣ ਇਹ ਗੱਲ ਜਿਹੜੀ ਆ ਉਹ ਇਸ ਕਰਕੇ ਦੱਸਣੀ ਜ਼ਰੂਰੀ ਆ ਕਿ ਸਾਡੇ ਨਾਲ ਦੇ ਡਿਸਟ੍ਰਿਕਟ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਅੱਛੀਆਂ ਜਿਹੜੀਆਂ ਇਹ ਨੈਸ਼ਨਲ ਲੈਵਲ ਕੰਪਨੀਜ਼ ਹੈਗੀਆਂ, ਜਿਹੜੀਆਂ ਪਲਾਈਵੁੱਡ ਮੈਨੂਫੈਕਚਰਰਸ ਹੈਗੇ ਆ, ਉਹਨਾਂ ਨੇ ਆਪਣੇ ਯੂਨਿਟ ਲਗਾ ਲਏ ਆ। ਇਸ ਕਰਕੇ ਉਹਨਾਂ ਨੂੰ ਮੈਕਸੀਮਮ ਜਿਹੜੀ ਆ ਡਿਮਾਂਡ ਚਾਹੀਦੀ ਹੁੰਦੀ ਆ। ਸਾਡੇ ਕੋਲ ਹਜੇ ਤੱਕ ਵੀ ਡਿਮਾਂਡ ਕਿਸਾਨਾਂ ਕੋਲ ਪੂਰੀ ਨਹੀਂ ਹੋ ਰਹੀ। ਔਰ ਐਵਰੇਜ ਜੋ ਅੱਜ ਦਾ ਮਾਰਕੀਟ ਰੇਟ ਆ ਉਹ ਇਸ ਵੇਲੇ ਮੇਰੇ ਖਿਆਲ 3000 ਤੋਂ 3500 ਰੁਪਏ ਪ੍ਰਤੀ ਪਲਾਂਟ ਆ। ਜੇ ਇੱਕ 400 ਬੂਟਾ ਆਪਾਂ ਇੱਕ ਖੇਤ ਦੇ ਵਿੱਚ ਲਾਈਏ 1 ਏਕੜ ਦੇ ਵਿੱਚ, ਤੇ 5 ਤੋਂ 6 ਸਾਲ ਦੇ ਵਿੱਚ ਲਗਭਗ ਉਹ 12 ਤੋਂ 14 ਲੱਖ ਰੁਪਏ ਪ੍ਰਤੀ ਏਕੜ ਜਿਹੜਾ ਝਾੜ ਦੇ ਸਕਦਾ, ਨਾਲ ਤੁਹਾਡੀਆਂ ਜਿਹੜੀਆਂ ਪੀਰੀਓਡਿਕਸ ਜਿਹੜੀਆਂ ਬਾਕੀ ਫਸਲਾਂ ਦੇ ਨਾਲ। ਆਪਾਂ ਪਿਛਲੇ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਜਿਹੜਾ ਜਨਮ ਦਿਹਾੜਾ ਮਨਾ ਚੁੱਕੇ ਹਾਂ। ਉਹਦੇ 'ਤੇ ਆਪਾਂ ਹਰ ਪਿੰਡ ਦੇ ਵਿੱਚ 550 ਬੂਟੇ ਲਾਏ ਸੀ। ਥੋੜ੍ਹਾ ਜਿਹਾ ਉਹਨਾਂ ਬੂਟਿਆਂ ਦੀ ਸਥਿਤੀ ਬਾਰੇ ਆਪਾਂ ਜਾਣਕਾਰੀ ਲਈਏ ਕਿ ਕੀ ਤੁਸੀਂ ਪੰਚਾਇਤਾਂ ਨਾਲ ਸੰਪਰਕ ਰੱਖਦੇ ਹੋ ਕਿ ਕੀ ਉਹ ਬੂਟੇ ਪਲ ਰਹੇ ਆ ਜਾਂ ਨਹੀਂ ਪਲ ਰਹੇ, ਕੀ ਉਹਨਾਂ ਦੀ ਸਥਿਤੀ ਹੈ ਇਸ ਵੇਲੇ, ਅਤੇ ਕੀ ਆਉਣ ਵਾਲੇ ਸਾਲ ਦੇ ਵਿੱਚ ਜਾਂ ਇਸ ਚੱਲਦੇ ਸਾਲ ਦੇ ਵਿੱਚ ਵੀ ਕੀ ਇਹ ਇਹੋ ਜਿਹੀ ਸਕੀਮ ਆ ਜਿਹੜੀ ਕੋਈ ਹੋਰ ਉਹ ਚੱਲਦੀ ਰਹੂਗੀ? ਇਹ ਜਿਹੜਾ 550 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਪਿਛਲੇ ਸਾਲ ਬੀਤਿਆ ਹੈ, ਉਹਦੇ ਵਿੱਚ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸਪੈਸ਼ਲ, ਕਿਉਂਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸਮੇਂ-ਸਮੇਂ 'ਤੇ ਵੀਡੀਓਜ਼ ਜਾਰੀ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਵਾ ਫੋਰੈਸਟਰੀ ਨੂੰ ਬਹੁਤ ਪ੍ਰਮੋਟ ਕੀਤਾ ਜਾ ਰਿਹਾ, ਕਿਉਂਕਿ ਉਹ ਚਾਹੁੰਦੇ ਨੇ ਕਿ ਆਪਣਾ ਸੂਬਾ ਹੈਲਦੀ ਹੋਵੇ। ਔਰ ਹੈਲਦੀ ਤਦ ਹੀ ਆਪਾਂ ਰਹਿ ਸਕਦੇ ਕਿ ਜੇ ਸਾਨੂੰ ਸ਼ੁੱਧ ਆਕਸੀਜਨ ਜਾਂ ਆਕਸੀਜਨ ਜਿਹੜੀ ਮੈਕਸੀਮਮ ਮਿਲੇ। ਔਰ ਜਦੋਂ ਵਾਤਾਵਰਣ ਸ਼ੁੱਧ ਹੋਵੇਗਾ ਤੇ 100 ਦੇ ਵਿੱਚੋਂ ਸਾਨੂੰ ਕੋਈ ਬਿਮਾਰੀ ਅਜੇ ਲੱਗ ਸਕਦੀ ਹੈ ਕਿ ਸ਼ੁੱਧ ਵਾਤਾਵਰਣ ਹੀ ਬੰਦੇ ਦਾ ਜਿਹੜਾ ਜੀਵਨ ਹੈਗਾ। ਦੂਸਰੀ ਗੱਲ ਜਿਹੜੀ 550 ਸਾਲਾਂ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ ਪ੍ਰਧਾਨ ਮੁੱਖ ਵਣਪਾਲ ਪੰਜਾਬ ਜੀ ਵੱਲੋਂ ਹਰੇਕ ਪਿੰਡ ਦੇ ਵਿੱਚ 550 ਪਲਾਂਟ ਜਿਹੜੇ ਉਹਨਾਂ ਨੂੰ ਫ੍ਰੀ ਆਫ ਕਾਸਟ ਆਪਾਂ ਸਾਰੇ ਪੰਜਾਬ ਦੇ ਵਿੱਚ ਦਿੱਤੇ ਸੀਗੇ। ਔਰ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਔਰ ਪ੍ਰਧਾਨ ਮੁੱਖ ਵਣਪਾਲ ਜੀ ਵੱਲੋਂ ਵੀ ਇਹਦੀ ਜਿਹੜੀ ਬਕਾਇਦਾ ਮੋਨੀਟਰਿੰਗ ਕੀਤੀ ਜਾ ਰਹੀ ਆ। ਔਰ ਇਹਦੇ ਵਿੱਚ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਸਾਡਾ ਪੂਰਾ ਸਹਿਯੋਗ ਕਰਦਾ ਪਿਆ ਪੰਜਾਬ ਫੋਰੈਸਟ ਦਾ। ਔਰ ਇਹਦੇ ਵਿੱਚ ਜਿੰਨੇ ਆਪਾਂ 550 ਸਾਲਾਂ ਨੂੰ ਸਮਰਪਿਤ
ਜਿੰਨੇ ਵੀ ਪਲਾਂਟਸ ਲਗਾਏ ਸੀਗੇ ਉਹਨਾਂ ਦੀ ਜਿਹੜੀ ਸਪੈਸ਼ਲ ਮੋਨੀਟਰਿੰਗ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਪ੍ਰਧਾਨ ਮੁੱਖ ਵਣਪਾਲ ਜੀ ਵੱਲੋਂ ਨਿੱਜੀ ਤੌਰ ਤੇ ਵੀ ਕੀਤੀ ਜਾਂਦੀ ਹੈ। ਔਰ ਕਿਉਂਕਿ ਮੁੱਖ ਮੰਤਰੀ ਸਾਹਿਬ ਜੀ ਨੇ ਇਹ ਸੋਚਿਆ ਸੀਗਾ ਕਿ ਇਹ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਜੇ ਪੰਜਾਬ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ 550 ਪਲਾਂਟਸ ਲੱਗ ਜਾਣਗੇ, ਨਾਲੇ ਉਹ ਪਲਾਂਟਸ ਹੋ ਜਾਣਗੇ ਤੇ ਨਾਲੇ ਸਾਡਾ ਜਿਹੜਾ ਸਾਰਿਆਂ ਨੂੰ ਇੱਕ ਧਾਰਮਿਕ ਤੌਰ ਦੇ ਵਿੱਚ ਜੋੜਿਆ ਗਿਆ ਕਿ ਇਹ ਪਲਾਂਟਸ ਆਪਾਂ ਤਿਆਰ ਕਰਨੇ ਆ। ਇਹਨੂੰ ਅਪ ਟੂ 31 ਮਾਰਚ 2020 ਤੱਕ ਜਿਹੜਾ ਵਾ ਵਣ ਵਿਭਾਗ ਵੱਲੋਂ ਇਹਦੀ ਦੇਖਰੇਖ ਕੀਤੀ ਜਾਂਦੀ ਸੀਗੀ ਔਰ ਇਹਦੇ ਵਿੱਚ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਇਹ ਪਲਾਂਟੇਸ਼ਨਸ ਕੀਤੀਆਂ ਗਈਆਂ ਸੀਗੀਆਂ। ਉਹਨਾਂ ਦੇ ਵਿੱਚ ਮਹਾਤਮਾ ਗਾਂਧੀ ਨਰੇਗਾ ਸਕੀਮ ਦੇ ਵਿੱਚ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਪਲਾਂਟਸ ਲਗਾਏ ਗਏ, ਉਹਨਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਆਪਾਂ ਜਿਹੜੇ ਵਣ ਮਿੱਤਰ ਨਿਯੁਕਤ ਕਰਕੇ ਉਹਨਾਂ ਨੂੰ ਜਿਹੜੇ ਉਹ ਪਲਾਂਟਸ ਸੌਂਪ ਦਿੱਤੇ ਸੀ। ਜਿੰਨੇ ਪਲਾਂਟਸ ਸਰਵਾਈਵ ਉਹ ਪਿੰਡ ਦੇ ਵਿੱਚ ਕਰਦੇ ਪਏ ਆ ਉਹਦੇ ਅਕੋਰਡਿੰਗ ਹੀ ਵਣ ਮਿੱਤਰ ਨੂੰ ਜਿਹੜੀ ਆ ਉਹਦੀ ਰੱਖਿਆ ਕਰਨ ਵਾਲੇ ਨੂੰ ਤਨਖਾਹ ਮਿਲਦੀ ਹੈ ਜੀ ਨਰੇਗਾ ਦੇ ਵਿੱਚੋਂ। ਇੱਕ ਰੁਜ਼ਗਾਰ ਵੀ ਮਿਲਿਆ, ਇੱਕ ਪਲਾਂਟਸ ਦੇ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ, ਪਲਾਂਟਸ ਦੇ ਪ੍ਰਤੀ ਲੋਕਾਂ ਨੂੰ ਇੱਕ ਮੋਟੀਵੇਟ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਪ੍ਰਧਾਨ ਮੁੱਖ ਵਣਪਾਲ ਜੀ ਵੱਲੋਂ। ਔਰ ਇਸ ਸਕੀਮ ਦੇ ਵਿੱਚ ਇਸ ਵਾਰੀ ਜਿਹੜਾ 550 ਸਾਲਾਂ ਦੇ ਵਿੱਚ ਇਸ ਵਾਰੀ ਜਿਹੜੀ ਉਹਦੇ ਪਿੰਡਾਂ ਦੇ ਵਿੱਚ ਜਿੱਥੇ ਵੀ ਕਿਤੇ ਪਲਾਂਟਸ ਸਾਡੇ ਜਿਹੜੇ ਆ ਉਹ ਡੈਮੇਜ ਹੋਏ ਆ ਕਿਸੇ ਵੀ ਕਾਰਨ ਕਰਕੇ, ਉਹ ਪੰਜਾਬ ਸਰਕਾਰ ਵੱਲੋਂ ਇਸ ਵੇਲੇ ਫ੍ਰੀ ਆਫ ਕਾਸਟ ਸੰਬੰਧਿਤ ਪੰਚਾਇਤਾਂ ਨੂੰ ਮੁਹੱਈਆ ਕਰਾਏ ਜਾ ਰਹੇ ਆ ਔਰ ਉਹਨੂੰ ਮੇਨਟੇਨ ਕੀਤਾ ਜਾ ਰਿਹਾ ਫਿਰ 550 ਸਾਲਾਂ ਦੇ ਵਿੱਚ। ਆਪਾਂ ਇੱਕ ਛੋਟਾ ਜਿਹਾ ਤੁਹਾਡੇ ਤੋਂ ਸਵਾਲ ਮੈਂ ਹੋਰ ਪੁੱਛਣਾ ਚਾਹੂੰਗਾ ਜੀ। ਸਮਾਜ ਸੇਵੀ ਸੰਸਥਾਵਾਂ ਬੂਟੇ ਲਾਉਣ ਨੂੰ ਕਾਫੀ ਅੱਗੇ ਆਉਂਦੀਆਂ ਨੇ, ਤੁਹਾਡੇ ਤੋਂ ਬੂਟੇ ਉਹ ਲੈ ਕੇ ਜਾ ਸਕਦੇ ਆ ਜਾਂ ਕਿੰਨੇ ਬੂਟੇ ਤੁਸੀਂ ਉਹਨਾਂ ਨੂੰ ਦਿੰਦੇ ਹੋ? ਕਿਹੜੀਆਂ ਸੰਸਥਾਵਾਂ ਤੁਹਾਡੇ ਕੋਲ ਅੱਗੇ ਆ ਰਹੀਆਂ ਨੇ? ਥੋੜ੍ਹਾ ਜਿਹਾ ਇਹਦੇ ਸੰਬੰਧੀ ਵੀ ਸਾਨੂੰ ਜਾਣਕਾਰੀ ਦਿਓ। ਦੇਖੋ, ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਸਾਡੇ ਕੋਲ ਪਲਾਂਟਸ ਦੀ ਡਿਮਾਂਡ ਕਰਦੀਆਂ ਨੇ ਉਹਨਾਂ ਨੂੰ ਬਿਨਾਂ ਰੋਕ, ਬਿਨਾਂ ਟੋਕ, ਬਿਨਾਂ ਦੇਰੀ ਅਸੀਂ ਜਿਹੜੇ ਉਹ ਪਲਾਂਟਸ ਜਿਹੜੇ ਫ੍ਰੀ ਆਫ ਕਾਸਟ ਦਿੰਦੇ ਆ ਕਿਉਂਕਿ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੇ ਵੀ ਸੱਭਿਆਚਾਰ ਜਾਂ ਜਿਹੜੇ ਵੀ ਦੇਸ਼ ਜਾਂ ਜਿਹੜੇ ਵੀ ਰਾਜ ਦੇ ਵਿੱਚ ਜੇ ਤਰੱਕੀ ਕਿਸ ਚੀਜ਼ ਦੀ ਹੋ ਸਕਦੀ ਤਾਂ ਉਹ ਜਿਹੜਾ ਆਮ ਨਾਗਰਿਕ ਆ ਉਹ ਜਦੋਂ ਤੁਹਾਡੇ ਨਾਲ ਹੋਏਗਾ ਕਿਸੇ ਵੀ ਵਿਭਾਗ ਦੇ ਤੇ ਤਦ ਹੀ ਉਹ ਸੰਭਵ ਆ। ਇਸ ਵੇਲੇ ਜਿਹੜਾ ਵਾ ਮੈਨੂੰ ਖੁਸ਼ੀ ਹੁੰਦੀ ਆ ਇਸ ਗੱਲ ਨੂੰ ਦੱਸਦੇ ਆ ਆਪ ਜੀ ਨੂੰ ਕਿ ਇਸ ਵੇਲੇ ਪੰਜਾਬ ਦੀ ਜਿਹੜੀ ਜਨਤਾ ਬਹੁਤ ਜ਼ਿਆਦਾ ਜਾਗਰੂਕ ਹੋਈ ਆ। ਪੰਜਾਬ ਸਰਕਾਰ ਵੱਲੋਂ ਇਸ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਉਪਰਾਲੇ ਕੀਤੇ ਗਏ ਆ ਔਰ ਉਹਦਾ ਜਿਹੜਾ ਰਿਜ਼ਲਟ ਆ ਅੱਜ ਸਾਨੂੰ ਉਹ ਦਿਖਦਾ ਪਿਆ ਹੈ। ਔਰ ਇਸ ਵੇਲੇ ਬਹੁਤ ਜ਼ਿਆਦਾ ਸੰਸਥਾਵਾਂ ਨੇ, ਕਾਫੀ ਸੰਸਥਾਵਾਂ ਦਾ ਜਿਹੜਾ ਵਾ ਆਣ ਕੇ ਸਾਡੇ ਕੋਲੋਂ ਡਿਮਾਂਡ ਕਰਦੇ ਆ ਤੇ ਜਿੰਨੀ ਵੀ ਉਹਨਾਂ ਦੀ ਡਿਮਾਂਡ ਹੁੰਦੀ ਆਪਾਂ ਉਹਨਾਂ ਨੂੰ ਫੁੱਲਫਿਲ ਕਰਦੇ ਹਾਂ। ਕਿਸੇ ਨੂੰ ਕੋਈ ਰੋਕ ਟੋਕ ਨਹੀਂ ਗੀ। ਜਾਂ ਅੱਜ ਵੀ ਕਿਸੇ ਬੰਦੇ ਨੇ ਅਜੇ ਪਲਾਂਟੇਸ਼ਨ ਸੀਜ਼ਨ ਚੱਲਦਾ ਪਿਆ ਆ, ਅੱਜ ਵੀ ਕੋਈ ਸਮਾਜ ਸੇਵੀ ਸੰਸਥਾ ਕੋਈ ਵੀ ਹੋਰ ਜਿਹੜਾ ਪੰਜਾਬ ਨੂੰ ਬਿਊਟੀਫਾਈ ਕਰਨ ਲਈ ਜਾਂ ਪੰਜਾਬ ਦੇ ਵਿੱਚ ਜੰਗਲ ਲਗਾਉਣ ਲਈ ਕਿਸੇ ਤਰ੍ਹਾਂ ਦੇ ਉਹਨੂੰ ਪਲਾਂਟਸ ਚਾਹੀਦੇ ਤਾਂ ਸਾਨੂੰ ਸੰਪਰਕ ਕਰ ਸਕਦਾ। ਕਿਸਾਨ ਵੀਰੋ, ਸਿਰਫ ਰੁੱਖ ਲਗਾਉਣ ਤੱਕ ਹੀ ਸੀਮਿਤ ਨਾ ਰਹੀਏ, ਉਹਨੂੰ ਪਾਲਣ ਤੱਕ ਵੀ ਅੱਗੇ ਤੱਕ ਜਾਈਏ ਤਾਂ ਹੀ ਸਾਡਾ ਪੰਜਾਬ ਆ ਜਿਹੜਾ ਹਰਿਆ ਭਰਿਆ ਹੋ ਸਕਦਾ ਹੈ ਤੇ ਸਾਡਾ ਪੰਜਾਬ ਆ ਜਿਹੜਾ ਤੰਦਰੁਸਤ ਪੰਜਾਬ ਤਾਂ ਹੀ ਬਣ ਸਕਦਾ ਜੇ ਇੱਕ ਬੂਟੇ ਦੀ ਦੇਖ ਰੇਖ ਕਰਕੇ ਆਪਾਂ ਉਹਨਾਂ ਨੂੰ ਵੱਡੇ ਹੁੰਦਾ ਦੇਖੀਏ। ਵੱਡੇ ਹੋਏ ਆ ਤਾਂ ਹੀ ਉਹਨਾਂ ਦਾ ਫਾਇਦਾ ਆ, ਜੇ ਉਹ ਪਹਿਲਾਂ ਹੀ ਛੋਟੇ ਹੀ ਮਰ ਗਏ ਤਾਂ ਕੋਈ ਫਾਇਦਾ ਨਹੀਂ ਆ। ਸੋ ਹਰਗੁਰਨੇਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ। ਉਮੀਦ ਰੱਖਦਾ ਸਾਡੇ ਪੰਜਾਬ ਦੇ ਕਿਸਾਨ ਵੀਰ ਐਗਰੋ ਫੋਰੈਸਟਰੀ ਨੂੰ ਅਤੇ ਜਿਹੜੀ ਫੋਰੈਸਟਰੀ ਨੂੰ ਤਰਜੀਹ ਦੇਣਗੇ, ਤੁਹਾਡੇ ਕੋਲੋਂ ਆ ਕੇ ਬੂਟੇ ਲਿਜਾ ਕੇ ਆਪਣੇ ਖੇਤਾਂ ਦੇ ਆਲੇ ਦੁਆਲੇ ਤੇ ਆਪਣੇ ਖੇਤਾਂ ਦਾ ਜਿੱਥੇ ਕਿਤੇ ਖਾਲੀ ਜਗ੍ਹਾ ਪਈ ਉੱਥੇ ਲਾਉਣਗੇ। ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। भारत एक कृषि प्रधान देश है। भारतीय अर्थव्यवस्था में कृषि एक मुख्य स्तंभ की तरह है और हमारे किसान अन्नदाता। लेकिन कभी कभी प्रकृति के सख्त तेवर के कारण हमारे किसानों को उचित कृषि उत्पाद हासिल नहीं हो पाता। ऐसी स्थिति में उन्हें सुरक्षित रखने के लिए प्रधानमंत्री फसल बीमा योजना प्रदान की गई है। प्रधानमंत्री फसल बीमा योजना को किसानों तक पहुंचाना और उन्हें लाभान्वित करने का काम बैंक और राज्य स्तरीय बैंकर समितियां यानी SLBC की हैं। इनमें सार्वजनिक और निजी वाणिज्यिक बैंक के अलावा क्षेत्रीय, ग्रामीण, सहकारी बैंक के साथ साथ कई प्राथमिक कृषि सहकारी ऋण समितियों को भी शामिल किया गया है। इस योजना का लाभ उठाने के लिए किसानों का नामांकन जरूरी है। इस समय 540 बैंक की 1.5 लाख शाखा के द्वारा किसानों का नामांकन किया जा रहा है। प्रधानमंत्री फसल बीमा योजना एक कारगर उपाय है।
ये हमारे लिए सुरक्षा कवच की तरह है। फसल अगर बर्बाद भी हुई तो भी हमें मुआवजा मिल जाता है। जमीनी स्तर पर की गई समीक्षा और अध्ययन के आधार पर कृषि मंत्रालय भारत सरकार की योजना प्रधानमंत्री फसल बीमा योजना में कई बदलाव किए गए हैं। इस बदलाव के कारण किसानों की समस्याओं का निदान कर उन्हें और सशक्त बनाया जा सकेगा। इसके अलावा SLBC और बैंकों के कार्यों और भूमिकाओं को और अधिक विस्तृत किया गया है। इसके अंतर्गत प्रधानमंत्री फसल बीमा योजना में किसानों का नामांकन अब उनकी इच्छा पर निर्भर है। वो नामांकन के लिए स्वतंत्र हैं। योजना के बेहतर कार्यान्वयन के लिए बैंकों के कार्यों में किसान अकाउंट के दावे का निपटान, ऋणी किसानों का प्रीमियम काटना और गैर ऋणी किसानों से प्रीमियम जमा करवाकर बीमा कंपनी को भेजना, राष्ट्रीय फसल बीमा पोर्टल पर किसानों के विवरण की अपलोडिंग, फसल हानि की समीक्षा को सुनिश्चित करना और किसानों की फसल हानि की सूचना बीमा कंपनी तक पहुंचाने का काम भी बैंकों के द्वारा ही किया जाएगा। इसी प्रकार योजना को क्रियान्वित करने वाले बैंक योजना से संबंधित विशेष जागरूकता अभियान को समय समय पर ऋणी और गैर ऋणी किसानों के लिए आयोजित करेंगे। ऋणी किसानों को योजना में भाग लेने के लिए उन्हें कॉल या SMS के द्वारा भी संपर्क और सूचित किया जाएगा। नामांकन की सुविधा के लिए जन धन खाता या बचत खाते का होना जरूरी है। गैर ऋणी किसानों का बैंक में खाता मौजूद नहीं है तो पहले उनका बचत खाता खोलकर सभी सुविधाएं दी जाएंगी। बैंक की शाखाओं को घोषणा पत्र की हार्ड और सॉफ्ट कॉपी को भविष्य में पत्राचार के लिए संभाल कर रखना होगा और उसकी एक कॉपी या एक्नॉलेजमेंट किसान के हवाले किया जाएगा। नामांकन के लिए कट ऑफ डेट से 2 दिन पहले तक बीमा के लिए फसल का नाम बदलने का प्रावधान होगा। बैंक की शाखाएं नेशनल क्रॉप इंश्योरेंस पोर्टल पर सभी विवरण भी दर्ज करेंगी। सभी किसानों और विशेष ऋणी किसानों के आधार नंबर को जांचकर बैंक द्वारा अपडेट किया जाएगा। राज्य और जिला अधिकारी संबंधित एजेंसी और बीमा कंपनी के समक्ष किसानों को शिकायतों की सुविधा प्रदान करने का काम भी बैंकों के द्वारा किया जाएगा। SLBC बैंकों के लिए स्थापित एक शीर्ष संस्था है। यह संस्था राज्य सरकार और भारत सरकार के साथ समन्वय स्थापित कर सदस्य बैंकों के द्वारा प्रधानमंत्री फसल बीमा योजना को क्रियान्वित कर भारत के किसानों को सशक्त करने का काम कर रही है और उसका सीधा लाभ हमारे देश के किसानों तक पहुंचाया जा रहा है। सशक्त किसान, देश की शान।